ਆਟਵਾ ਵੱਲੋਂ ਵਰਕਰਸ ਅਤੇ ਬਿਜ਼ਨਸ ਦੇ ਵਾਸਤੇ ਕੋਵਿਡ-19 ਸਬਸਿਡੀਜ਼ ਨੂੰ ਇੱਕ ਵਾਰ ਫਿਰ ਤੋਂ ਵਧਾਇਆ ਗਿਆ। ਇਸ ਦੇ ਬਾਰੇ ਕੈਨੇਡਾ ਦੀ ਫਾਈਨਾਂਸ ਮਿਨਿਸਟਰ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਕੋਵਿਡ-19 ਬੈਨੀਫਿਟਸ ਨੂੰ ਅਗਲੇ 30 ਦਿਨਾਂ ਦੇ ਲਈ ਵਧਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਬੈਨੀਫਿਟਸ ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਐਕਸਪਾਇਰ ਹੋਣ ਵਾਲੇ ਸਨ। ਵਰਕਰਸ ਅਤੇ ਕਾਰੋਬਾਰਾਂ ਦੇ ਵਾਸਤੇ ਜੋ ਲਾਭ ਅਗਲੇ ਇੱਕ ਹੋਰ ਮਹੀਨੇ ਦੇ ਲਈ ਵਧਾਇਆ ਗਿਆ, ਇਸ ਦੇ ਪਿੱਛੇ ਕਾਰਨ ਡੈਲਟਾ ਵੇਰੀਐਂਟ ਦਾ ਫੈਲਾਅ ਦੱਸਿਆ ਗਿਆ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਫ੍ਰੀਲੈਂਡ ਨੇ ਜਾਣਕਾਰੀ ਦਿੱਤੀ ਹੈ ਕਿ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਨੂੰ ਅਗਲੇ ਇੱਕ ਮਹੀਨੇ ਦੇ ਲਈ ਐਕਸਟੈਂਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਰਿਕਵਰੀ ਬੈਨੀਫਿਟ, ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਅਤੇ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਨੂੰ ਵੀ ਵਧਾਇਆ ਗਿਆ। ਇਨ੍ਹਾਂ ਸਾਰੇ ਲਾਭਾਂ ਦੀ ਮਿਆਦ ਸਤੰਬਰ 25 ਨੂੰ ਖਤਮ ਹੋਣ ਵਾਲੀ ਸੀ, ਜਿਸ ਨੂੰ ਹੁਣ ਅੱਗੇ ਅਕਤੂਬਰ 23 ਤੱਕ ਵਧਾ ਦਿੱਤਾ ਗਿਆ। ਫ੍ਰੀਲੈਂਡ ਦਾ ਕਹਿਣਾ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਵਰਕਰਸ ਅਤੇ ਕਾਰੋਬਾਰਾਂ ਦੇ ਲਈ ਬਣਦੀ ਮਦਦ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਹੌਲੀ-ਹੌਲੀ ਪਹਿਲਾਂ ਦੇ ਮੁਕਾਬਲੇ ਸੁਧਾਰ ਵੀ ਦਰਜ ਕੀਤਾ ਜਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਦਾ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਿਸ ਅਤੇ ਦ ਟੂਰਿਜ਼ਮ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਸਵਾਗਤ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਵੱਲੋਂ ਸਰਕਾਰ ਦੇ ਇਸ ਕਦਮ ਨੂੰ ਸਕਾਰਾਤਮਕ ਦੱਸਿਆ ਗਿਆ। ਦੱਸੀਏ ਕਿ ਕੈਨੇਡਾ ਦੇ ਵਿੱਚ ਡੈਲਟਾ ਵੇਰੀਐਂਟ ਦਾ ਫੈਲਾਅ ਦੇਖਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮਾਹਿਰਾਂ ਵੱਲੋਂ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਉਧਰ ਸਰਕਾਰ ਵੱਲੋਂ ਵਰਕਰਸ ਅਤੇ ਬਿਜ਼ਨਸ ਨੂੰ ਫਾਇਦਾ ਦੇਣ ਦੇ ਵਾਸਤੇ ਆਪਣੇ ਬੈਨੀਫਿਟਸ ਨੂੰ ਅੱਗੇ ਵਧਾਇਆ ਗਿਆ। ਜਾਣਕਾਰੀ ਦੇ ਲਈ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ तमाम ਕੈਨੇਡੀਅਨਸ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕੋਵਿਡ-19 ਵੈਕਸੀਨ ਹਾਸਲ ਕੀਤੀ ਜਾਵੇ ਤਾਂ ਕਿ ਕੋਰੋਨਾ ਵਾਇਰਸ ਜਾਣੀ ਕਿ ਡੈਲਟਾ ਵੇਰੀਐਂਟ ਦੇ ਫੈਲਾਅ ਦੇ ਖਤਰੇ ਨੂੰ ਰੋਕਿਆ ਜਾਵੇ। ਟੋਰਾਂਟੋ ਪੁਲਿਸ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਪਿਛਲੇ 2 ਹਫ਼ਤਿਆਂ ਤੋਂ ਮਿਡਟਾਊਨ ਏਰੀਆ ਦੇ ਵਿੱਚ ਸਸਪੈਕਟਡ ਡਰੱਗ ਓਵਰਡੋਜ਼ ਦੇ ਕਾਰਨ ਕਈਆਂ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤਾਜ਼ਾ ਮਾਮਲਾ ਸਵੇਰੇ 12:45 ਦੇ ਉੱਪਰ ਸਾਹਮਣੇ ਆਇਆ, ਜਿੱਥੇ ਆਫੀਸਰਸ ਨੂੰ ਡਿਪਾਉਂਟ ਸਟਰੀਟ ਅਤੇ ਸੈਡੀਨਾ ਰੋਡ ਦੇ ਨੇੜੇ ਬੁਲਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਮਿਲੇ। ਇਹਨਾਂ ਦੋਹਾਂ ਦੀ ਉਮਰ 39 ਸਾਲ ਦੇ ਕਰੀਬ ਦੱਸੀ ਗਈ। ਐਮਰਜੈਂਸੀ ਕ੍ਰਿਊਜ਼ ਨੇ ਜਾਣਕਾਰੀ ਦਿੱਤੀ ਕਿ ਦੋਵਾਂ ਦੀ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਤ ਹੋ ਗਈ। ਇੱਕ ਨਿਊਜ਼ ਰਿਲੀਜ਼ ਦੇ ਵਿੱਚ ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਸਪੈਕਟਡ ਓਵਰਡੋਜ਼ ਦੇ ਕਾਰਨ ਕਈ ਜਾਨਾਂ ਪਿਛਲੇ 2 ਹਫ਼ਤਿਆਂ ਤੋਂ ਇੱਥੇ ਜਾ ਰਹੀਆਂ ਹਨ। ਇਹਨਾਂ ਦੇ ਵਿੱਚ 4 ਮੌਤਾਂ ਦਾ ਕਾਰਨ ਸਸਪੈਕਟਡ ਡਰੱਗ ਕੰਜ਼ੰਪਸ਼ਨ ਦੱਸਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਮੌਤਾਂ ਦੇ ਜ਼ਿਆਦਾਤਰ ਮਾਮਲੇ ਫੈਂਟਨਿਲ ਨਸ਼ੇ ਦੇ ਨਾਲ ਜੁੜੇ ਹੋਏ ਹਨ। ਰਿਲੀਜ਼ ਦੇ ਵਿੱਚ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਾਰਕੋਟਿਕ ਕੰਜ਼ਿਊਮ ਕਰਨ ਤੋਂ ਬਾਅਦ ਕਿਸੇ ਨੂੰ ਕੋਈ ਗੰਭੀਰ ਸਮੱਸਿਆ ਆਉਂਦੀ ਹੈ ਤਾਂ ਉਹ ਜਲਦ ਹਸਪਤਾਲ ਦੇ ਵਿੱਚ ਜਾਵੇ ਜਾਂ ਫਿਰ 911 ਦੇ ਉੱਪਰ ਕਾਲ ਕਰੇ। ਇਹਨਾਂ ਓਵਰਡੋਜ਼ ਦੇ ਕਾਰਨ ਹੋ ਰਹੀਆਂ ਮੌਤਾਂ ਦੇ ਉੱਪਰ ਡਾਕਟਰਸ ਦੇ ਵੱਲੋਂ ਅਤੇ ਮਾਹਿਰਾਂ ਵੱਲੋਂ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਤੇ ਉਸ ਦੇ ਵਾਸਤੇ ਇੱਕ ਨੰਬਰ ਜਾਰੀ ਕੀਤਾ ਗਿਆ। ਇਹ ਨੰਬਰ 1800 4632338 ਹੈ। ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਰੀ ਦੇ ਵਿੱਚ 66% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲੱਗ ਚੁੱਕੇ ਹਨ। ਇਸ ਤੋਂ ਪਹਿਲਾਂ BCCDC ਵੱਲੋਂ ਲੋਕਲ ਹੈਲਥ ਏਰੀਆਜ਼ ਦੇ ਵਾਸਤੇ 1 ਡੋਜ਼ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਸੀ। BCCDC ਵੱਲੋਂ ਸਰੀ ਨੂੰ 9 ਕਮਿਊਨਿਟੀਜ਼ ਦੇ ਵਿੱਚ ਵੰਡਿਆ ਗਿਆ ਸੀ। ਨਾਰਥ ਸਰੀ, ਵੈਲੀ, ਗਿਲਡਫੋਰਡ, ਵੈਸਟ ਨਿਊਟਨ, ਈਸਟ ਨਿਊਟਨ, ਫਲੀਟਵੁੱਡ, ਕਲੋਵਰਡੇਲ, ਪੈਨਾਰੋਮਾ ਅਤੇ ਸਾਊਥ ਸਰੀ। ਸਰੀ ਦੇ ਵਿੱਚ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼ ਹਾਸਲ ਕੀਤੀ ਗਈ ਹੈ, ਉਹਨਾਂ ਦੀ ਗਿਣਤੀ 80 ਤੋਂ ਲੈ ਕੇ 88% ਦੇ ਵਿਚਕਾਰ ਦੱਸੀ ਜਾ ਰਹੀ ਹੈ। ਨਾਰਥ ਸਰੀ ਦੇ ਵਿੱਚ 81%, ਵੈਲੀ ਦੇ ਵਿੱਚ 86%, ਗਿਲਡਫੋਰਡ ਦੇ ਵਿੱਚ 80%, ਵੈਸਟ ਨਿਊਟਨ ਦੇ ਵਿੱਚ 88%, ਈਸਟ ਨਿਊਟਨ ਦੇ ਵਿੱਚ 87%, ਫਲੀਟਵੁੱਡ ਦੇ ਵਿੱਚ 86%, ਕਲੋਵਰਡੇਲ ਦੇ ਵਿੱਚ 84%, ਪੈਨਾਰੋਮਾ ਦੇ ਵਿੱਚ 88% ਅਤੇ ਸਾਊਥ ਸਰੀ ਦੇ ਵਿੱਚ 84% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਲੱਗ ਚੁੱਕੀ ਹੈ। ਜਿਨ੍ਹਾਂ ਵੱਲੋਂ ਕੋਵਿਡ ਵੈਕਸੀਨ ਦੇ 2 ਡੋਜ਼ ਲਗਾਏ ਗਏ, ਉਹਨਾਂ ਦੀ ਗਿਣਤੀ ਨਾਰਥ ਸਰੀ ਦੇ ਵਿੱਚ 59%, ਵੈਲੀ ਦੇ ਵਿੱਚ 61%, ਗਿਲਡਫੋਰਡ ਦੇ ਵਿੱਚ 65%, ਵੈਸਟ ਨਿਊਟਨ ਦੇ ਵਿੱਚ 61%, ਈਸਟ ਨਿਊਟਨ ਦੇ ਵਿੱਚ 64%, ਫਲੀਟਵੁੱਡ ਦੇ ਵਿੱਚ 70%, ਕਲੋਵਰਡੇਲ ਦੇ ਵਿੱਚ 70%, ਪੈਨਾਰੋਮਾ ਦੇ ਵਿੱਚ 69% ਅਤੇ ਸਾਊਥ ਸਰੀ ਦੇ ਵਿੱਚ 72% ਦੀ ਹੈ।
ਜਿਸ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਸਰੀ ਦੇ ਵਿੱਚ 66% ਦੀ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਬਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 21 ਮਹੀਨਿਆਂ ਦੀ ਬੱਚੀ ਦੀ ਕੁਪੋਸ਼ਣ ਦੇ ਕਾਰਨ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਇਸ ਬੱਚੀ ਦੇ ਪਿਤਾ ਨੂੰ ਦੋਸ਼ੀ ਪਾਇਆ ਗਿਆ। ਇਸ ਬੱਚੀ ਦਾ ਨਾਮ ਵਿਕਟੋਰੀਆ ਦੱਸਿਆ ਗਿਆ, ਜਿਸ ਦੀ ਮੌਤ ਅਪ੍ਰੈਲ 20, 2015 ਨੂੰ ਹੋਈ ਸੀ। ਜਿਸ ਸਮੇਂ ਇਸ ਬੱਚੀ ਦੀ ਮੌਤ ਹੋਈ, ਇਸ ਦਾ ਭਾਰ ਮਹਿਜ਼ 16 ਪਾਉਂਡ ਸੀ। ਜਾਣਕਾਰੀ ਦੇ ਮੁਤਾਬਕ ਇਸ ਬੱਚੀ ਨੂੰ ਜ਼ਰੂਰਤ ਦੇ ਮੁਤਾਬਕ ਖਾਣ ਨੂੰ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਬੱਚੀ ਦੀ ਬੇਸਮੈਂਟ ਅਪਾਰਟਮੈਂਟ ਦੇ ਵਿੱਚ ਮੌਤ ਹੋ ਗਈ। ਇਸ ਬੱਚੀ ਨੂੰ ਜ਼ਰੂਰਤ ਦੇ ਮੁਤਾਬਕ ਖਾਣ ਨੂੰ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਦੇ ਕਾਰਨ ਇਸ ਬੱਚੀ ਦੇ ਇੰਟਰਨਲ ਆਰਗਨਸ ਦੇ ਨੇੜੇ ਫੈਟ ਨਹੀਂ ਸੀ, ਜਿਸ ਦੇ ਕਾਰਨ ਇਸ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ਸੰਬੰਧੀ ਹੁਣ ਇਸ ਬੱਚੀ ਦੇ ਪਿਤਾ ਨੂੰ ਦੋਸ਼ੀ ਪਾਇਆ ਗਿਆ। ਸੁਪੀਰੀਅਰ ਕੋਰਟ ਵੱਲੋਂ ਜੋ ਇਸ ਦੀ ਸੁਣਵਾਈ ਕੀਤੀ ਗਈ ਹੈ, ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਬੱਚੀ ਦੇ ਪਿਤਾ ਨੂੰ ਅਨਲੌਫੁਲ ਐਕਟ ਆਫ ਮੈਨਸਲਟਰ ਐਂਡ ਕ੍ਰਿਮੀਨਲ ਨੈਗਲੀਜੈਂਸ ਕਾਜ਼ਿੰਗ ਡੈਥ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ। ਦੱਸੀਏ ਕਿ ਫਰੈਂਕ ਦੀ ਕੋਰਟ ਦੇ ਵਿੱਚ ਵਰਚੁਅਲ ਤਰੀਕੇ ਦੇ ਨਾਲ ਪੇਸ਼ੀ ਕੀਤੀ ਗਈ ਹੈ, ਜਿੱਥੇ ਕੋਰਟ ਵੱਲੋਂ ਇਸ ਸੰਬੰਧੀ ਆਪਣਾ ਫੈਸਲਾ ਸੁਣਾਇਆ ਗਿਆ।